ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਸਭ ਨੂੰ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 12 ਤਰੀਕ ਆ, ਦਿਨ ਬੁੱਧਵਾਰ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਗੁਰਬਚਨ ਆਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ ਉਹਨਾਂ ਦੇ ਜਿਹੜੀ ਪ੍ਰੈਸ ਸੈਕਟਰੀ ਆ ਕੈਰੋਲਿਨ ਲਵੇਟ, ਉਹ ਹੁਣ ਜੌਬ ਛੱਡ ਰਹੀ ਹੈਗੀ ਆ। ਲਵੇਟ 28 ਸਾਲਾਂ ਦੀ ਆ। ਰੀਸੈਂਟਲੀ ਉਹ ਵਾਈਟ ਹਾਊਸ ਨੂੰ ਰਿਟਰਨ ਕੀਤਾ ਸੀ, ਉਹਦੇ ਦੂਜਾ ਬੇਬੀ ਹੋਇਆ ਸੀ, ਤੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਵੰਡਰਫੁਲ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਤੇ ਮੇਰਾ ਵਨ ਆਫ ਦਾ ਮੋਸਟ ਟਰਸਟਡ ਏਡ ਜੋ ਸੀ ਕੈਰੋਲਿਨ ਲਵੇਟ, ਉਹ ਆਪਣੇ ਰੋਲ ਤੋਂ ਇਸ ਮਹੀਨੇ ਦੇ ਐਂਡ ਤੱਕ, ਯਾਨੀ ਕਿ 2 ਵੀਕਾਂ ਦੇ ਵਿੱਚ, 2-2.5 ਵੀਕਾਂ ਦੇ ਵਿੱਚ ਉਹ ਇਸ ਜੌਬ ਨੂੰ ਛੱਡਣ ਜਾ ਰਹੀ ਹੈਗੀ ਆ। ਲਵੇਟ ਨੇ ਸਰਵ ਕੀਤਾ ਟਰੰਪ ਉਹਨਾਂ ਦੇ ਪ੍ਰੈਸ ਸੈਕਟਰੀ ਪਹਿਲੇ ਫਸਟ ਗੋ ਰਾਊਂਡ ਦੇ ਵਿੱਚ, ਤੇ ਵਨ ਆਫ ਦਾ ਮੋਸਟ ਵਿਜ਼ੀਬਲ ਐਡਵੋਕੇਟ ਸੀ ਟਰੰਪ ਉਹਨਾਂ ਦਾ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਮੂਵਮੈਂਟ ਦੇ। ਸੋ ਲਵੇਟ ਅੱਗੇ ਕੀ ਕਰੂਗੇ ਇਹਦੇ ਬਾਰੇ ਹਜੇ ਕੁਝ ਪਤਾ ਨਹੀਂ, ਪਰ ਟਰੰਪ ਉਹਨਾਂ ਨੇ ਅੱਜ ਇਹ ਅਨਾਊਂਸ ਕਰ ਦਿੱਤਾ ਹੈ। ਜੀ, ਇਹਨਾਂ ਦੀ ਬੇਟੀ ਵਿਵੀਆਨਾ 1 ਮਈ ਨੂੰ ਉਸਦਾ ਜਨਮ ਹੋਇਆ ਸੀ। ਮੈਟਰਨਿਟੀ ਲੀਵ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਵਾਪਸੀ ਕੀਤੀ ਸੀ। ਵਾਈਟ ਹਾਊਸ ਦੇ ਪ੍ਰੈਸ ਸਕੱਤਰਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਪ੍ਰੈਸ ਸੈਕਟਰੀ ਕੈਰੋਲਿਨ ਲਵੇਟ ਦਾ ਰਿਕਾਰਡ, ਜਿਹੜਾ ਰਿਕਾਰਡ ਆ ਉਹ ਇਹਨਾਂ ਦੇ ਹਿੱਸੇ ਆਇਆ ਆ। ਤੇ ਟਰੰਪ ਹੁਣਾਂ ਨੇ ਪਹਿਲੇ ਟਰਮ ਦੇ ਵਿੱਚ 4 ਵਾਈਟ ਹਾਊਸ ਦੇ ਪ੍ਰੈਸ ਸਕੱਤਰ ਉਹਨਾਂ ਦੇ ਰਹੇ ਸੀ। ਸੋ ਫਾਰ ਦੂਜੀ ਟਰਮ ਦੇ ਵਿੱਚ ਇਹ ਇੱਕੋ ਇੱਕ ਵਾਈਟ ਹਾਊਸ ਦੇ ਜਿਹੜੇ ਅਧਿਕਾਰਤ ਸਕੱਤਰ ਰਹੇ। ਓਬਵੀਅਸਲੀ ਜਦੋਂ ਛੁੱਟੀ ਤੇ ਸੀ ਉਹਨਾਂ ਦੇ ਮਗਰੋਂ ਵਾਈਸ ਪ੍ਰੈਜ਼ੀਡੈਂਟ ਵੀ, ਮਾਰਕੋ ਰੂਬੀਓ ਹੋਣੀ ਵੀ, ਹੋਰ ਵੀ ਕਈ ਜਾਣੇ ਵੱਖ-ਵੱਖ ਇਹਨਾਂ ਦੀ ਸ਼ੂਜ਼ ਨੂੰ ਫਿਲ ਕਰਦੇ ਰਹੇ ਹੈਗੇ ਆ। ਤੇ ਹੁਣ ਦੇਖਦੇ ਹਾਂ ਵੀ ਕਿਵੇਂ ਆ। ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ ਸੀਗਾ ਵੀ ਕਹਿੰਦੇ ਵੀ ਮਾਂ ਬਣਨਾ, ਇੱਕ ਬੱਚੇ ਨੂੰ ਇਸ ਦੁਨੀਆ ਦੇ ਵਿੱਚ ਜੀ ਆਇਆਂ ਨੂੰ ਜਿਹੜਾ ਉਹ ਆਖਣਾ, ਉਹ ਸਭ ਤੋਂ ਡਿਮਾਂਡਿੰਗ ਜੌਬ ਆ ਵਰਲਡ ਦੇ ਵਿੱਚ, ਤੇ ਨਾਲ ਦੇ ਨਾਲ ਹੀ ਮੋਸਟ ਰਿਵਾਰਡਿੰਗ ਆ। ਤੇ ਕਹਿੰਦੇ ਵੀ ਇਹ ਜਿਹੜਾ ਚੈਲੰਜਿੰਗ ਸੀਜ਼ਨ ਆ ਉਹਨਾਂ ਦੇ ਲਾਈਫ ਦਾ, ਉਸ ਦੇ ਵਿੱਚ ਇਹ ਦੌਰ ਜਿਹੜੇ ਉਸ ਦੇ ਵਿੱਚੋਂ ਉਹ ਲੰਘ ਰਹੇ ਹੈਗੇ ਆ। ਸੋ ਸ਼ੁਭ ਕਾਮਨਾਵਾਂ ਆਪਾਂ ਜਿਹੜਾ ਉਹ ਦੇ ਸਕਦੇ ਹਾਂ। ਇਹ ਗੱਲ ਜਿਹੜੀ ਹਰਜੋਤ ਸਿੰਘ ਜੀ ਪੱਕੀ ਆ ਵੀ ਡੋਨਲਡ ਟਰੰਪ ਹੁਣਾਂ ਦੇ ਲਈ ਇਹ ਹਮੇਸ਼ਾ ਹੀ ਕਹਿ ਲਓ ਵੀ ਹਰ ਵਾਰੀ ਉਹਨਾਂ ਦੀ ਪਿੱਠ ਦੇ ਉੱਤੇ ਆ ਕੇ ਜਿਹੜਾ ਉਹ ਖੜਦੇ ਰਹੇ ਆ। ਤੇ ਟਰੰਪ ਹੁਣਾਂ ਨੇ ਆਪ ਹੀ ਕਿਹਾ ਵੀ ਆਊਟਸਾਈਡ ਐਡਵਾਈਜ਼ਰ ਦੇ ਵਿੱਚੋਂ ਸਭ ਤੋਂ ਅਹਿਮ ਭੂਮਿਕਾ ਦੇ ਵਿੱਚ ਮੇਰੇ ਲਈ ਕੈਰੋਲਿਨ ਲਵੇਟ ਜਿਹੜੀ ਆ ਉਹ ਰਹੀ ਆ, ਖਾਸ ਕਰਕੇ ਰਿਪਬਲਿਕਨ ਪਾਰਟੀ ਦੇ ਮਿਡ ਟਰਮ ਇਲੈਕਸ਼ਨਸ ਨੂੰ ਜਿਹੜਾ ਉਹ ਲੈ ਕੇ। ਹੁਣ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਅਪਾਚੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਨਾਲ 2 ਫੌਜੀਆਂ ਦੀ ਮੌਤ ਹੋਈ ਆ। US ਆਰਮੀ ਦਾ ਜਿਹੜਾ ਅਪਾਚੀ ਹੈਲੀਕਾਪਟਰ ਆ, ਫੋਰਟ ਹੁੱਡ ਸਲਾਡੋ ਟੈਕਸਸ ਤੋਂ ਜਦੋਂ ਉਸਨੇ ਉਡਾਨ ਭਰੀ ਸੀ, ਉਸ ਤੋਂ ਬਾਅਦ 'ਚ ਹਾਦਸਾਗ੍ਰਸਤ ਹੋ ਗਿਆ ਤੇ 2 ਫੌਜੀਆਂ ਦੀ ਮੌਤ ਦੱਸੀ ਜਾਂਦੀ ਹੈਗੀ ਆ। ਬੈਲ ਕਾਊਂਟੀ ਦੇ ਸ਼ੈਰਿਫ ਆਫਿਸ ਦੇ ਜਿਹੜੇ ਸਪੋਕਸ ਪਰਸਨ ਬਿਲ ਕੋਲਮੈਨ, ਉਹਨਾਂ ਨੇ ਕਿਹਾ ਵੀ 2 ਜਾਣੇ ਹੀ ਉਸ ਟਾਈਮ ਹੈਲੀਕਾਪਟਰ ਦੇ ਵਿੱਚ ਸਵਾਰ ਸਨ ਤੇ ਉਹਨਾਂ ਨੂੰ ਮੌਕੇ ਤੇ ਹੀ ਮ੍ਰਿਤ ਘੋਸ਼ਿਤ ਕੀਤਾ ਗਿਆ, ਉੱਥੋਂ ਦੇ ਲੋਕਲ ਸਮੇਂ ਦੇ ਮੁਤਾਬਕ 2:30 ਵਜੇ। ਤੇ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਹਾਦਸਾ ਹੋਇਆ ਤੇ ਉਹ ਦੇਖ ਕੇ ਕਹਿੰਦੇ ਵੀ ਪਤਾ ਲੱਗਦਾ ਵੀ ਬਹੁਤ ਹੀ ਵਾਇਲੈਂਟ ਕ੍ਰੈਸ਼ ਸੀਗਾ। AH-64 ਅਪਾਚੀ ਅਟੈਕ ਹੈਲੀਕਾਪਟਰ ਫੋਰਟ ਹੁੱਡ
ਦੇ ਤੋਂ ਜਿਹੜਾ ਉਹ ਉੱਡਿਆ ਸੀਗਾ। ਉੱਥੋਂ ਦੇ ਜੇ ਬ੍ਰਿਗੇਡੀਅਰ ਜਨਰਲ ਈਥਨ ਡਾਈਵਨ ਐਕਟਿੰਗ ਕਮਾਂਡਿੰਗ ਜਨਰਲ ਆ, ਉਹਨਾਂ ਨੇ ਇਹ ਸਟੇਟਮੈਂਟ ਨੂੰ ਕਨਫਰਮ ਕੀਤਾ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਸਾਡੇ ਥਾਟਸ ਐਂਡ ਪ੍ਰੇਅਰਸ ਜਿਹੜੀ ਆ ਉਹ ਕਰੂ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੈਗੇ ਆ। ਇਸ ਤੋਂ ਇਲਾਵਾ ਹੋਰ ਕੋਈ ਇਨਫੋਰਮੇਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਗਈ। ਇਸ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਨਾਲ ਉਸ ਇਲਾਕੇ ਦੇ ਵਿੱਚ ਇੱਕ ਅੱਗ ਵੀ ਜਿਹੜੀ ਉਹ ਲੱਗ ਗਈ, ਜਿਹੜੀ ਕਿ ਘੰਟਾ ਭਰ ਅੱਗ ਚੱਲਦੀ ਰਹੀ ਆ ਤੇ ਉਸ ਨੂੰ ਬੁਝਾਉਣ ਦੇ ਲਈ ਵੀ ਨਾਲ ਦੇ ਨਾਲ ਕੋਸ਼ਿਸ਼ਾਂ ਜਿਹੜੀਆਂ ਆ ਉਹਨਾਂ ਦੁਆਰਾ ਕੀਤੀਆਂ ਗਈਆਂ ਹੈਗੀਆਂ ਆ। ਫੋਰਟ ਹੁੱਡ ਕਲੀਨ ਟੈਕਸਸ ਦੇ ਨਜ਼ਦੀਕ ਜਿਹੜਾ ਉਹ ਲੋਕੇਟਡ ਹੈਗਾ। ਸਲਾਡੋ ਜਿਹੜਾ ਉੱਥੇ ਦਾ ਵੱਡਾ ਇੱਕ ਸ਼ਹਿਰ ਆ ਉਸ ਦੇ ਵਿੱਚ, ਤੇ ਆਸਟਿਨ ਤੋਂ ਇਹ ਤਕਰੀਬਨ 70 ਮੀਲ ਦੂਰ ਜਿਹੜਾ ਉਹ ਪੈਂਦਾ ਆ। ਸੋ 2 ਫੌਜੀਆਂ ਦੀ ਇਸ ਅਪਾਚੀ ਹੈਲੀਕਾਪਟਰ ਹਾਦਸੇ ਦੇ ਵਿੱਚ ਮੌਤ ਹੋ ਗਈ। ਸਟੇਟ ਡਿਪਾਰਟਮੈਂਟ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਇੱਕ ਸਪੈਸ਼ਲ ਟਾਸਕ ਫੋਰਸ ਬਣਾਉਣ ਜਾ ਰਹੇ ਆ ਜੋ ਕਿ ਬਰਥ ਟੂਰਿਜ਼ਮ ਨੂੰ ਖਤਮ ਕਰੇਗੀ। ਕਹਿੰਦੇ ਵੀ ਇਹ ਪ੍ਰੈਕਟਿਸ ਵੀ ਤੁਸੀਂ ਟਰੈਵਲ ਕਰੋ ਕਿਸੇ ਹੋਰ ਮੁਲਕ 'ਚ ਤੇ ਅਮਰੀਕਾ 'ਚ ਆ ਕੇ ਬੱਚੇ ਨੂੰ ਜਨਮ ਦੇ ਦਿਓ ਤਾਂ ਕਿ ਤੁਹਾਡਾ ਜਿਹੜਾ ਬੱਚਾ ਆ ਉਹ US ਦਾ ਸਿਟੀਜ਼ਨ ਬਣ ਜਾਏ, ਕਿਉਂਕਿ ਅਮਰੀਕਾ ਦਾ ਜਿਹੜਾ ਕੌਨਸਟੀਟਿਊਸ਼ਨ ਰਾਈਟ ਆ ਉਹ ਗ੍ਰਾਂਟ ਕਰਦਾ ਅਮਰੀਕਨ ਸਿਟੀਜ਼ਨ ਨੂੰ, ਉਹ ਬੱਚਿਆਂ ਨੂੰ ਜੋ USA ਦੇ ਵਿੱਚ ਬੋਰਨ ਹੁੰਦੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਲੀਅਰ ਕੀਤਾ ਵੀ ਸਿਟੀਜ਼ਨਸ਼ਿਪ ਕਮੋਡਿਟੀ ਨਹੀਂ ਹੈਗੀ ਜਿਹੜੀ ਕਿ ਕੈਲਕੂਲੇਟਡ ਐਕਸਪਲੋਇਟੇਸ਼ਨ ਆਫ US ਇਮੀਗ੍ਰੇਸ਼ਨ ਲਾ ਦੇ ਥਰੂ ਤੁਸੀਂ ਲੈਣਾ ਚਾਹੁੰਦੇ ਹੈਗੇ ਆ। ਸੋ ਇਸ ਕਰਕੇ ਇਹ ਇੱਕ ਜੋ ਟਾਸਕ ਫੋਰਸ ਬਣਾਈ ਗਈ ਆ, ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ 1,70,000 ਲੋਕਾਂ ਦੇ ਵੀਜ਼ੇ ਕੈਂਸਲ ਕੀਤੇ ਗਏ, ਜਿਨ੍ਹਾਂ 'ਚ ਸਟੂਡੈਂਟਸ ਵੀ ਸੀ। ਕਈਆਂ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਗਲਤ ਜਿਹੜਾ ਅਮਰੀਕਾ ਦੇ ਉਲਟ ਕੁਛ ਨਾ ਕੁਛ ਯੂਜ਼ ਕੀਤਾ ਹੈਗਾ, ਤੇ ਕਈ ਜਿਹੜੇ ਇੰਟੈਂਸ਼ਨਲੀ ਜਿਹੜੇ ਕੋਈ ਬੀਬੀਆਂ ਪ੍ਰੈਗਨੈਂਟ ਸੀਗੀਆਂ, ਉਹਨਾਂ ਨੇ ਅਮਰੀਕਾ ਆਉਣਾ ਸੀ ਜਾਂ ਉਹਨਾਂ ਨੂੰ ਲੱਗਾ ਵੀ ਉਹ ਫਲਾਈਟ ਲੈ ਰਹੀਆਂ, ਸੋ ਉਹਨਾਂ ਦੇ ਵੀਜ਼ੇ ਕੈਂਸਲ ਕੀਤੇ। ਸੋ ਇਹ ਜਿਹੜੀ ਟਾਸਕ ਫੋਰਸ ਇਹ ਸਪੈਸ਼ਲੀ ਉਹਦੇ ਉੱਤੇ ਜਿਹੜਾ ਫੋਕਸ ਕਰੇਗੀ ਤਾਂ ਕਿ ਕੋਈ ਹੋਰ ਮੁਲਕ ਦਾ ਜਿਹੜੀ ਮੁਲਕ ਦੀ ਲੇਡੀ ਹੈਗੀ ਆ ਉਹ ਇੱਥੇ ਬੱਚੇ ਨੂੰ ਜਨਮ ਨਾ ਦੇ ਸਕੇ। ਇਸ ਪਰਪਸ ਲਈ ਵੀ ਜੀ ਇਹ ਬਰਥ ਟੂਰਿਜ਼ਮ ਦੇ ਥਰੂ ਅਮਰੀਕਾ ਦੇ ਵਿੱਚ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਜਾਵੇ। ਜੀ, ਸਾਬਕਾ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਅੱਜ ਇਹ ਆਖਿਆ ਆ ਵੀ ਜਿਹੜਾ ਬਾਈਡਨ ਹੁਣਾਂ ਦਾ, ਸਾਬਕਾ ਜਿਹੜੇ ਰਾਸ਼ਟਰਪਤੀ ਬਾਈਡਨ ਆ, ਉਹਨਾਂ ਦਾ ਜਿਹੜਾ ਇਨਰ ਸਰਕਲ ਆ ਉਹਨਾਂ ਨੂੰ ਐਕਟ ਕਰਨਾ ਚਾਹੀਦਾ ਸੀਗਾ। ਇੱਕ ਸੈਕਰਾਮੈਂਟੋ ਦੇ ਵਿੱਚ ਸਮਿਟ ਹੋਈ ਹੈ ਪੋਲੀਟਿਕੋ ਦੇ ਨਾਲ, ਉਸ ਦਰਮਿਆਨ ਇਹ ਗੱਲਬਾਤ ਕਰ ਰਹੇ ਸੀਗੇ। ਜਿਹੜੇ ਸਾਬਕਾ ਸਪੀਕਰ ਨੇ ਨੈਂਸੀ ਪਲੋਸੀ, ਉਹਨਾਂ ਨੇ ਕਿਹਾ ਵੀ ਜੇ ਜੋ ਬਾਈਡਨ ਹੋਣਾ ਦੀਆਂ ਮੈਂਟਲੀ ਉਹ ਫਿੱਟ ਹੈਗੇ ਆ ਕਿ ਨਹੀਂ, ਜੇ ਉਹਨਾਂ ਦੇ ਨਜ਼ਦੀਕੀ ਲੋਕਾਂ ਨੂੰ ਪਤਾ ਸੀਗਾ ਕੁਛ, ਤਾਂ ਉਹਨਾਂ ਨੂੰ ਉਸ ਦੇ ਉੱਤੇ ਐਕਟ ਕਰਨਾ ਚਾਹੀਦਾ ਸੀਗਾ। ਸੋ ਆਪਾਂ ਦੇਖਿਆ ਹੀ ਆ ਵੀ ਪਹਿਲਾਂ ਜਿਹੜੇ ਜੋ ਬਾਈਡਨ ਆ ਉਹਨਾਂ ਨੇ ਆਪਣੀ ਰੀ ਇਲੈਕਸ਼ਨ ਐਲਾਨ ਦਿੱਤੀ, ਕਈ ਮਹੀਨੇ ਤੱਕ ਉਹ ਕੈਂਪੇਨ ਕਰਦੇ ਰਹੇ, ਇੱਥੋਂ ਤੱਕ ਕਿ ਡਿਬੇਟ ਵੀ ਉਹਨਾਂ ਨੇ ਜਿਹੜੇ ਕਰ ਲਏ, ਤੇ ਫਿਰ ਅਚਨਚੇਤੇ ਟਵਿੱਟਰ ਦੇ ਉੱਤੇ ਪਾ ਕੇ ਜਿਹੜਾ ਕਿਹਾ ਵੀ ਮੈਂ ਆਪਣੀ ਨੋਮੀਨੇਸ਼ਨ ਵਾਪਸ ਲੈ ਰਿਹਾ ਆ ਤੇ ਕਮਲਾ ਜਿਹੜੀ ਹੈਰਿਸ ਆ ਉਹ ਨੋਮੀਨੀ ਜਿਹੜੀ ਆ ਮੇਰੇ ਵੱਲੋਂ ਹੋਊਗੀ, ਉਸ ਨੂੰ ਮੈਂ ਜਿਹੜਾ ਆ ਉਹ ਸਪੋਰਟ ਕਰਦਾ ਆ। ਸੋ ਇਹ ਪੋਲੀਟਿਕੋ ਦੀ ਸਮਿਟ ਦੇ ਵਿੱਚ, ਦਾ ਕੈਲੀਫੋਰਨੀਆ ਏਜੰਡਾ ਸੈਕਰਾਮੈਂਟੋ ਸਮਿਟ ਦੇ ਵਿੱਚ ਸਾਬਕਾ ਜਿਹੜੀ ਹਾਊਸ ਦੀ ਸਪੀਕਰ ਆ ਤੇ ਆਊਟਗੋਇੰਗ ਲਾਅ ਮੇਕਰ, ਮੈਨੂੰ ਲੱਗਦਾ ਇਹ ਅਗਲੀ ਵਾਰੀ ਸ਼ਾਇਦ ਰਨ ਨਹੀਂ ਕਰ ਰਹੇ ਹੈਗੇ, ਤਾਂ ਉਹਨਾਂ ਨੇ ਜਿਹੜੀ ਇਹ ਜਾਣਕਾਰੀ, ਇਹ ਜਿਹੜੇ ਬਿਆਨ ਆ ਉਹ ਦਿੱਤੇ ਹੈਗੇ ਆ। ਹਰਜੋਤ ਸਿੰਘ ਜੀ, ਇਹ ਸਾਰੇ ਜਾਣੇ ਕੰਪਲੇਸਿਟ ਸੀਗੇ ਉਸ ਟਾਈਮ ਦੇ ਉੱਤੇ ਜਦ ਰਾਸ਼ਟਰਪਤੀ ਬਾਈਡਨ ਹੁਣਾਂ ਦੇ ਮੈਂਟਲ ਡਿਕਲਾਈਨ ਜਿਹੜਾ ਉਹ ਚੱਲ ਰਿਹਾ ਸੀ, ਉਦੋਂ ਇਹ ਲੋਕਾਂ ਨੂੰ ਇਹ ਸਗੋਂ ਭਰੋਸਾ ਦਿਵਾਉਂਦੇ ਰਹੇ, ਕਹਿੰਦੇ ਰਹੇ ਵੀ ਨਹੀਂ ਸਾਰਾ ਕੁਛ ਠੀਕ ਆ, ਸਭ ਕੁਛ ਵਧੀਆ ਆ, ਉਹ ਮੈਂਟਲੀ ਫਿੱਟ ਨੇ। ਇੱਥੋਂ ਤੱਕ ਕਿ ਇਹਨਾਂ ਸਾਰਿਆਂ ਨੇ ਸਪੋਰਟ ਕੀਤੀ ਜਦ ਬਾਈਡਨ ਹੁਣਾਂ ਦੀ ਜਿਹੜੀ ਨੋਮੀਨੇਸ਼ਨ ਹੋ ਗਈ, ਕੱਲੀ ਸਪੋਰਟ ਨਹੀਂ ਕੀਤੀ, ਕਿਸੇ ਨੂੰ ਇਸ ਬਾਈਡਨ ਦੇ ਉਲਟ ਖੜਨ ਤੱਕ ਨਹੀਂ ਜਿਹੜਾ ਉਹ ਦਿੱਤਾ ਗਿਆ। ਇਹ ਡੈਮੋਕ੍ਰੇਟ ਪਾਰਟੀ ਨੇ ਆਪ ਹੀ ਆਪਣੇ ਪੈਰਾਂ ਤੇ ਕੁਹਾੜੀ ਉਸ ਟਾਈਮ ਦੇ ਉੱਤੇ ਮਾਰੀ ਆ ਤੇ ਹੁਣ ਰੋਂਦੇ ਫਿਰਦੇ ਆ ਵੀ ਉਦੋਂ ਨਾ ਬੋਲੇ ਜਦੋਂ ਤੁਹਾਨੂੰ ਜ਼ਰੂਰਤ ਸੀਗੀ। ਜੇ ਅਮਰੀਕਾ ਦਾ ਰਾਸ਼ਟਰਪਤੀ ਮੈਂਟਲੀ ਫਿੱਟ ਨਹੀਂ ਆ ਤਾਂ ਤੁਹਾਨੂੰ ਜਿਹੜਾ ਇਸ ਚੀਜ਼ ਨੂੰ ਪਬਲਿਕਲੀ ਦੱਸਣਾ ਚਾਹੀਦਾ ਆ, ਸਗੋਂ ਅਮਰੀਕਾ ਦੇ ਲਈ ਉਹ ਕਿਤੇ ਗਲਤ ਫੈਸਲਾ ਨਾ ਲੈ ਜਾਂਦੇ। ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਦੱਸਣੀਆਂ ਚਾਹੀਦੀਆਂ ਸੀਗੀਆਂ। ਤੇ ਹੁਣ ਅੱਜ ਤੋਂ 2 ਸਾਲ ਬਾਅਦ ਜਦ ਮਿਡ ਟਰਮ ਇਲੈਕਸ਼ਨ ਆ ਰਹੀਆਂ ਤੇ ਹੁਣ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਕਰ ਰਹੀਆਂ ਹੈਗੀਆਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਜਿਹੜੀਆਂ ਹਰਜੋਤ ਸਿੰਘ ਜੀ ਆਈਆਂ ਆ, ਜਿੱਥੇ ਨੈਂਸੀ ਪਲੋਸੀ ਨੇ ਇਹ ਕਿਹਾ ਆ ਵੀ ਉਸਦੇ ਨਜ਼ਦੀਕੀ ਲੋਕਾਂ ਨੂੰ ਬਾਈਡਨ ਦੇ
ਉਹਨਾਂ ਨੂੰ ਉਸ ਦੇ ਉੱਤੇ ਐਕਟ ਕਰਨਾ ਚਾਹੀਦਾ ਸੀ ਜੇ ਉਹਨਾਂ ਨੂੰ ਪਤਾ ਸੀ ਵੀ ਬਾਈਡਨ ਮੈਂਟਲੀ ਫਿੱਟ ਨਹੀਂ ਹੈਗੇ। ਹਜ਼ਾਰਾਂ ਦੇ ਹਿਸਾਬ ਨਾਲ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਲੋਕਾਂ ਨੇ ਇੱਕ ਪਟੀਸ਼ਨ ਸਾਈਨ ਕੀਤੀ ਆ ਵੀ ਅਮਰੀਕਾ ਦਾ ਜਿਹੜਾ ਇਨਵੈਸਟਰ ਆ ਹੋਇਸਟਾ ਉਸ ਨੂੰ ਕੈਨੇਡਾ ਚੋਂ ਐਕਸਪੈਲ ਕੀਤਾ ਜਾਵੇ। ਇਹ ਇੱਕ ਕੈਲਗਰੀ ਦੀ ਲੇਡੀ ਆ ਜਿਹਨੇ ਪਟੀਸ਼ਨ ਸ਼ੁਰੂ ਕੀਤੀ ਤੇ ਕਹਿੰਦੇ ਵੀ ਕੁਝ ਘੰਟਿਆਂ ਦੇ ਵਿੱਚ 60,000 ਲੋਕਾਂ ਨੇ ਇਸ ਪਟੀਸ਼ਨ ਦੇ ਉੱਤੇ ਸਾਈਨ ਕਰ ਦਿੱਤਾ। ਆਨਲਾਈਨ ਪਟੀਸ਼ਨ ਜਿਹੜੀ ਆ ਇਹ ਹਾਊਸ ਆਫ ਕਾਮਨਸ ਦੇ ਵਿੱਚ ਇਸ ਫਾਲ ਪੇਸ਼ ਕੀਤੀ ਜਾਣੀ ਆ। ਪੀਟ ਹੋਇਕਸਟਰਾ ਜੋ ਆ ਉਹਨਾਂ ਨੂੰ ਡਿਕਲੇਅਰ ਕੀਤਾ ਗਿਆ ਪਰਸਨ ਨੋਨ ਗ੍ਰਾਟਾ ਤੇ ਕੈਨੇਡੀਅਨ ਗਵਰਨਮੈਂਟ ਕਹਿੰਦੇ ਵੀ ਉਹਦਾ ਉਹ ਮੂਵ ਕਰਨਾ ਚਾਹੀਦਾ ਐਜ਼ ਏ ਯੂਐਸ ਅੰਬੈਸਡਰ। ਇਹਦੇ ਵਿੱਚ ਇਹ ਦੱਸਿਆ ਗਿਆ ਵੀ ਉਹ ਜੋ ਆ ਕੈਨੇਡਾ ਦੀ ਪੋਲੀਟੀਕਲ ਜਾਂ ਕੁਝ ਵੀ ਪੋਲਿਟਿਕਸ ਦੇ ਵਿੱਚ ਹਿੱਸਾ ਲੈ ਰਿਹਾ ਜੋ ਕਿ ਡਿਪਲੋਮੇਟ ਨੂੰ ਲੈਣਾ ਨਹੀਂ ਚਾਹੀਦਾ ਹੈਗਾ। ਹੋਇਕਸਟਰਾ ਜੋ ਆ ਉਹਨਾਂ ਨੇ ਹੈਡਲਾਈਨਸ ਬਣਾਈਆਂ ਸੀਗੀਆਂ ਜੂਨ ਮਹੀਨੇ ਦੇ ਵਿੱਚ ਜਦੋਂ ਉਹਨਾਂ ਨੇ ਇਹ ਕਿਹਾ ਸੀ ਵੀ ਹੁਣ USA ਦੇ ਵਿੱਚ ਜਿਹੜਾ ਕੈਨੇਡਾ ਆ ਉਹਦੀ ਅਨੈਕਸੇਸ਼ਨ ਹੋ ਜਾਣੀ ਚਾਹੀਦੀ ਆ ਤੇ ਇਹ ਇੱਕ ਵੱਡਾ ਟੌਪਿਕ ਹੋਊਗਾ ਡਿਸਕਸ਼ਨ ਦੇ ਲਈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਦੇ ਲਈ ਜਦੋਂ ਉਹ US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਿਲਣਗੇ। ਸੋ ਉਹ ਕਹਿੰਦੇ ਵੀ ਡਿਪਲੋਮੇਟ ਨੂੰ ਇਦਾਂ ਦੀ ਜਿਹੜੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਹੈਗੀ। ਪਰ ਇਹ ਡਿਪਲੋਮੇਟਸ ਨੂੰ ਲੈ ਕੇ ਆਪਾਂ ਦੇਖਿਆ ਹੀ ਆ ਪਿਛਲੇ ਸਮੇਂ ਦੇ ਵਿੱਚ ਚਾਈਨਾ ਦੇ ਵੀ ਡਿਪਲੋਮੇਟ ਐਕਸਪੈਲ ਹੋਏ ਸੀ, ਇੰਡੀਆ ਦੇ ਵੀ ਹੋਏ ਸੀ ਜਿਹੜੇ ਟਰਾਂਸਨੈਸ਼ਨਲ ਆਪਰੇਸ਼ਨ ਨੂੰ ਲੈ ਕੇ ਜਦੋਂ ਸਿੱਖ ਐਕਟਿਵਿਸਟ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ ਸੀ। ਸੋ ਹੁਣ ਅਮਰੀਕਾ ਦੇ ਜਿਹੜੇ ਕੌਂਸਲੇਟ ਆ ਉਹਨਾਂ ਦੇ ਅਗੇਂਸਟ ਜਿਹੜੇ ਕੈਨੇਡਾ ਦੇ ਲੋਕ ਆ ਉਹ ਪਟੀਸ਼ਨ ਧੜਾ ਧੜ ਸਾਈਨ ਕਰ ਰਹੇ ਹੈਗੇ ਜੀ। ਅਗਲੀ ਗੱਲ ਕਰਦੇ ਜਾਈਏ ਯੂਕਰੇਨ ਦਾ ਰਾਸ਼ਟਰਪਤੀ ਜ਼ੈਲੈਂਸਕੀ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ US ਪੈਟਰੀਅਟ ਮਿਜ਼ਾਈਲਸ 10% ਕਹਿੰਦੇ ਵੀ ਸਾਨੂੰ ਵੇਚ ਦਿਓ ਤੇ ਅਸੀਂ ਰਸ਼ੀਅਨ ਬਲਾਸਟਿਕ ਮਿਜ਼ਾਈਲ ਸਾਰੀਆਂ ਡਿਸਟਰੋਏ ਕਰ ਦੇਵਾਂਗੇ। ਇਸ ਮੌਕੇ ਜਿਹੜੇ ਯੂਕਰੇਨ ਵਾਲਿਆਂ ਦੇ ਉੱਤੇ ਇੱਕ ਵਾਰੀ ਫੇਰ ਹਮਲੇ ਜਿਹੜੇ ਰੂਸ ਦੇ ਦੁਆਰਾ ਤੇਜ਼ ਕਰ ਦਿੱਤੇ ਗਏ ਹੈਗੇ ਆ। ਸੋ ਕਹਿੰਦੇ ਵੀ ਜਿਹੜਾ ਜ਼ੈਲੈਂਸਕੀ ਆ ਉਹਨਾਂ ਨੇ CNN ਦੇ ਨਾਲ ਇੱਕ ਇੰਟਰਵਿਊ ਦਿੱਤੀ ਆ ਜਿਸ ਦੇ ਵਿੱਚ ਉਹਨਾਂ ਨੇ ਇਹ ਆਖਿਆ ਆ ਵੀ ਮੈਂ ਮਿਲੀਅਨਸ ਆਫ ਕਾਲਸ ਲੱਖਾਂ ਹੀ ਕਹਿੰਦੇ ਵੀ ਮੈਂ ਕਾਲਾਂ ਇਸ ਟਾਈਮ ਕਰ ਚੁੱਕਾ ਹੈਗਾ ਆ ਆਪਣੇ ਐਲਾਈਜ਼ ਦੇ ਨਾਲ ਤਾਂ ਜੋ ਜਿਹੜੀ ਡੀਲ ਆ ਇੱਕ ਵਧੀਆ ਬਣ ਸਕੇ। ਰਸ਼ੀਆ ਦੇ ਬੈਲਿਸਟਿਕ ਮਿਜ਼ਾਈਲਸ ਦੇ ਅਟੈਕ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਲਗਾਤਾਰ ਵਧੇ ਹੈਗੇ ਆ ਜਿਸ ਤੋਂ ਹੁਣ ਜ਼ੈਲੈਂਸਕੀ ਹੁਣੀ ਘਬਰਾਏ ਵੀ ਹੈਗੇ ਨੇ। ਸੋ ਉਹਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਕਹਿ ਰਹੇ ਆ ਵੀ ਜਿਹੜੀਆਂ US ਇੰਟਰਸੈਪਟਰ ਮਿਜ਼ਾਈਲਸ ਆ ਉਹਨਾਂ ਦੇ ਮੁਲਕ ਯੂਕਰੇਨ ਨੂੰ ਤੁਰੰਤ ਜਿਹੜੀ ਉਹ ਜ਼ਰੂਰਤ ਹੈਗੀ ਆ। ਅਮਰੀਕਾ ਨੂੰ ਖੁਦ ਇੰਟਰਸੈਪਟਰ ਮਿਜ਼ਾਈਲਸ ਦੀ ਇਸ ਟਾਈਮ ਜ਼ਰੂਰਤ ਆ ਕਿਉਂਕਿ ਈਰਾਨ ਦੇ ਨਾਲ ਜਿਹੜੀ ਲੜਾਈ ਚੱਲ ਰਹੀ ਆ ਉਸ ਵਿੱਚ ਅਮਰੀਕਾ ਦੇ ਬੇਸਿਸ ਨੂੰ ਬਚਾਉਣ ਦੇ ਲਈ ਜਾਂ ਜਿੱਥੇ ਫੌਜੀ ਹੈਗੇ ਆ ਉਹਨਾਂ ਨੂੰ ਬਚਾਉਣ ਖਾਤਰ ਕਾਫੀ ਜਿਹੜੀ ਜਦੋਜਹਿਦ ਵੀ ਚੱਲ ਰਹੀ ਆ ਤੇ ਬਾਕੀ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਜੋ ਹਮਲੇ ਈਰਾਨ ਦੇ ਉੱਤੇ ਕੀਤੇ ਜਾ ਰਹੇ ਸੀ ਅਜੇ ਹਾਲ ਦੀ ਘੜੀ ਤੋਂ ਰੁਕੇ ਪਏ ਆ ਉਹਦੇ ਵਿੱਚ ਵੀ ਅਮਰੀਕਾ ਨੂੰ ਮਿਜ਼ਾਈਲਸ ਦੀ ਜ਼ਰੂਰਤ ਪਈ ਆ। ਇੱਥੋਂ ਤੱਕ ਵੀ ਨਿਊਜ਼ ਜਿਹੜੀ ਰਿਪੋਰਟਿੰਗ ਹੋਈ ਆ ਵੀ ਅਮਰੀਕਾ ਨੇ ਹੋਰ ਮੁਲਕਾਂ ਚੋਂ ਆਪਣੀਆਂ ਜਿਹੜੀਆਂ ਮਿਜ਼ਾਈਲਸ ਉਹਨਾਂ ਨੂੰ ਦਿੱਤੀਆਂ ਸੀ ਉੱਥੋਂ ਵੀ ਵਾਪਸ ਬੁਲਾ ਕੇ ਈਰਾਨ ਦੀ ਇਸ ਲੜਾਈ ਦੇ ਵਿੱਚ ਵਰਤੀਆਂ ਹੈਗੀਆਂ ਆ। ਸੋ ਹੁਣ ਇਹ ਮੰਗ ਕਰ ਰਹੇ ਆ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਵੀ ਸਾਨੂੰ 10% ਅਮਰੀਕਾ ਆਪਣੀਆਂ ਜਿਹੜੀਆਂ ਇੰਟਰਸੈਪਟਰ ਮਿਜ਼ਾਈਲਸ ਦੇਣ ਤੇ ਅਸੀਂ ਰਸ਼ੀਆ ਦੇ ਜਿਹੜੀ ਬੈਲਿਸਟਿਕ ਮਿਜ਼ਾਈਲਸ ਅਟੈਕਸ ਆ ਉਹਨਾਂ ਨੂੰ ਖਤਮ ਕਰ ਸਕਦੇ ਹਾਂ। ਸੁਪਰਮਾਰਕੀਟ ਜਾਇੰਟ ਕਰੂਗਰ ਜੋ ਆ ਉਹ ਕਾਫੀ ਸਟੋਰ ਅਮਰੀਕਾ ਦੇ ਵਿੱਚ ਬੰਦ ਕਰਨ ਜਾ ਰਿਹਾ ਦਰਜਨਾਂ ਦੇ ਹਿਸਾਬ ਨਾਲ 60 ਲੋਕੇਸ਼ਨਸ ਦੱਸੀਆਂ ਜਾ ਰਹੀਆਂ। ਸਿਨਸਨਾਟੀ ਵੇਸਟ ਬ੍ਰਾਂਡ ਜਿਹੜੀ ਆ ਲੋਕਲ ਸਪੋਰਟਸ ਓਨ ਕਰਦੀ ਆ ਇਹਦੇ ਨਾਲ ਕਹਿੰਦੇ ਹੋਰ ਵੀ ਬਹੁਤ ਸਾਰੇ ਸਟੋਰਾਂ ਦੇ ਉੱਤੇ ਇਫੈਕਟ ਕਰੂਗਾ। ਫਰੈਡ ਮਾਇਰ ਤੇ ਫਰਾਈਜ਼ ਫੂਡ ਐਂਡ ਡਰੱਗ, ਹੈਰਿਸ ਟੀਟਰ ਫੂਡ ਕੰਪਨੀ, ਫੂਡ ਫॉर ਲੈਸ, ਕਿੰਗ ਸੁਪਰਸ ਤੇ ਇਸ ਤਰ੍ਹਾਂ ਦੇ ਜਿਹੜੇ ਸਟੋਰ ਕੈਲੀਫੋਰਨੀਆ ਦੇ ਵਿੱਚ ਵੀ ਇਹਨਾਂ ਦੇ ਜਿਹੜੇ 2 ਸਟੋਰ ਆ ਉਹ ਬੰਦ ਹੋਣ ਜਾ ਰਹੇ ਹੈਗੇ ਆ। ਕਰੂਗਰ ਦੀ ਐਕੁਜੀਸ਼ਨ ਪੈਂਸਿਲਵੇਨੀਆ ਵੇਸਟ ਚੇਨ ਨੇ ਕੀਤੀ ਸੀ ਜਿਹਦੇ ਨਾਲ 197 ਸੁਪਰਮਾਰਕੀਟ ਤੇ 11 ਸਟੈਂਡਅਲੋਨ ਫਾਰਮੇਸੀਜ਼ ਜਿਹੜੀਆਂ ਆ ਐਡ ਕੀਤੀਆਂ ਗਈਆਂ ਸੀਗੀਆਂ। 6 ਜਿਹੜੇ ਸਟੋਰ ਆ ਉਹ ਨਿਊ ਜਰਸੀ ਦੇ ਵਿੱਚ ਬੰਦ ਹੋਣੇ ਹੈਗੇ ਆ। ਹਾਲਾਂਕਿ ਜਿਹੜੇ ਇਹਨਾਂ ਦਾ ਹੈੱਡਕੁਆਟਰ ਆ ਇਹ ਕੈਲੀਫੋਰਨੀਆ ਦੇ ਵਿੱਚ ਆ ਤੇ ਕੈਲੀਫੋਰਨੀਆ 'ਚ ਵੀ ਸਟੋਰ ਇਹਨਾਂ ਦੇ ਜਿਹੜੇ ਬੰਦ ਹੋਣ ਜਾ ਰਹੇ ਹੈਗੇ ਆ। ਸੇਫਵੇ ਵੀ ਸ਼ਟ ਡਾਊਨ ਕਰ ਰਿਹਾ ਹੈਗਾ ਕੁਝ ਸਟੋਰਾਂ ਨੂੰ। ਅਲਬਰਟਸਨ ਨੇ ਵੀ ਅਨਾਉਂਸ ਕੀਤਾ ਹੈ ਵੀ ਉਹ ਵੀ 20 ਦੇ ਕਰੀਬ ਜਿਹੜੇ ਸਟੋਰ ਆ ਉਹ ਸ਼ਟ ਡਾਊਨ ਕਰਨ ਜਾ ਰਿਹਾ ਹੈਗਾ।
ਹੁਣ ਕਾਰਨ ਕੀ ਆ ਇਹ ਨਹੀਂ ਪਤਾ। ਹੋ ਸਕਦਾ ਆਨਲਾਈਨ ਲੋਕ ਜ਼ਿਆਦਾ ਖਰੀਦਣ ਲੱਗ ਪਏ ਆ, ਪਰ ਹੁਣ ਗਰੋਸਰੀ ਆਊਟਲੈਟਸ ਵੀ ਜਿਹੜੇ ਆ ਉਹ ਬੰਦ ਹੋਣੇ ਸ਼ੁਰੂ ਹੋ ਗਏ ਆ। ਜੀ। ਹਰਜੋਤ ਸਿੰਘ ਜੀ, ਜਿਹੜੇ ਰਾਸ਼ਟਰਪਤੀ ਟਰੰਪ ਨੂੰ ਕੇਟਰਿੰਗ ਜਿਹੜੇ ਟਰੱਕ ਦੇ ਵਿੱਚ ਲੁਕ ਕੇ ਉੱਥੋਂ ਨਿਕਲਣਾ ਪਿਆ ਸੀਗਾ, ਜਿਹੜਾ ਇਰਾਨੀਅਨ ਥ੍ਰੈਟ ਸੀ ਉਸ ਨੂੰ ਲੈ ਕੇ, ਉਸ ਬਾਬਤ ਵਾਸ਼ਿੰਗਟਨ ਪੋਸਟ ਵਾਲੇ ਇੱਕ ਨਵੀਂ ਰਿਪੋਰਟ ਲੈ ਕੇ ਆਏ ਆ। ਕਹਿੰਦੇ ਵੀ ਜਿਹੜਾ CIA ਕਹਿ ਰਿਹਾ ਸੀਗਾ ਵੀ ਉਹਨਾਂ ਨੂੰ ਕੋਈ ਬੜਾ ਭਰੋਸਾ ਨਹੀਂ ਸੀਗਾ ਇਸ ਖਤਰੇ ਨੂੰ ਲੈ ਕੇ, ਜਿਸ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਕਰਨਾ ਪਿਆ। ਐਡਮਿਨਿਸਟ੍ਰੇਸ਼ਨ ਨੇ ਇਸ ਬਾਬਤ ਝੂਠ ਬਹੁਤ ਬੋਲਿਆ, ਜੋ ਕਿ ਇਹਨਾਂ ਦਾ ਹੁਣ ਐਕਸਪੋਜ਼ ਵੀ ਹੋ ਚੁੱਕਾ ਹੈਗਾ ਆ। ਵੀ ਟਰੰਪ ਹੁਣੀ ਕਿਸ ਤਰੀਕੇ ਦੇ ਨਾਲ ਇੱਕ ਪਹਿਲੋਂ ਟਰੱਕ ਦੇ ਵਿੱਚ ਲੁਕ ਕੇ ਉੱਥੋਂ ਨਿਕਲੇ, ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਮਿਲਟਰੀ ਜੈਟ ਦੇ ਜ਼ਰੀਏ ਅੰਕਾਰਾ ਤੋਂ ਟਰਕੀ ਤੋਂ ਬਾਹਰ ਗਏ, ਤੇ ਫਿਰ ਜਾ ਕੇ ਆਪਣਾ 에ਅਰਫੋਰਸ 1 ਦੇ ਵਿੱਚ ਗਏ। ਤੇ ਜਿਹੜਾ 에ਅਰਫੋਰਸ 1 ਉੱਥੇ ਮੌਜੂਦ ਸੀ, ਉਹਦੇ ਵਿੱਚ ਕੈਬਨਿਟ ਦੇ ਮੰਤਰੀ ਜਿਹੜੇ ਉਹ ਬਿਠਾ ਕੇ ਘਲਾਏ ਜਿਹੜੇ ਉਹ ਜਾ ਰਹੇ ਸੀ। CIA ਨੇ ਕਿਹਾ ਆ ਵੀ ਸਾਨੂੰ ਇਹ ਜਿਹੜੀ ਇਨਫੋਰਮੇਸ਼ਨ ਆ ਟਰੰਪ ਹੁਣਾਂ ਦੀ ਜਾਨ ਦੇ ਖਤਰੇ ਨੂੰ ਲੈ ਕੇ, ਉਹ ਇਜ਼ਰਾਈਲ ਦੀ ਇੰਟੈਲੀਜੈਂਸ ਤੋਂ ਮਿਲੀ ਸੀ। ਕਹਿੰਦੇ ਵੀ ਇਹ ਜਿਹੜਾ ਅਸੈਸੀਨੇਸ਼ਨ ਥ੍ਰੈਟ ਆ ਇਜ਼ਰਾਈਲ ਦੀ ਸਰਕਾਰ ਨੇ CIA ਨੂੰ ਦਿੱਤਾ ਸੀਗਾ, ਪਰ CIA ਕਹਿ ਰਿਹਾ ਆ ਵੀ ਸਾਨੂੰ ਕੋਈ ਬੜਾ ਭਰੋਸਾ ਨਹੀਂ ਸੀ। ਪਰ ਸੀਕ੍ਰੇਟ ਸਰਵਿਸ ਵਾਲਿਆਂ ਨੇ ਕੋਈ ਬਾੜੀ ਇਸ ਦੇ ਵਿੱਚ ਰਿਸਕ ਲੈਣਾ ਠੀਕ ਮੁਨਾਸਬ ਨਾ ਸਮਝਦੇ ਹੋਏ ਟਰੰਪ ਹੁਣਾਂ ਨੂੰ ਇਸ ਤਰੀਕੇ ਦੇ ਨਾਲ ਉੱਥੋਂ ਕੱਢਣ ਦੇ ਵਿੱਚ ਹੀ ਭਲਾਈ ਜਿਹੜੀ ਉਹ ਸਮਝੀ ਆ। ਹੁਣ ਕ੍ਰਿਟਿਕ ਇਹ ਵੀ ਕਹਿ ਰਹੇ ਆ ਹਰਜੋਤ ਸਿੰਘ ਜੀ ਵੀ ਟਰੰਪ ਹੁਣੀ ਕਿਤੇ ਇਰਾਨ ਦੇ ਉੱਤੇ ਲੜਾਈ ਬੰਦ ਨਾ ਕਰ ਦੇਣ, ਇਸ ਲਈ ਇਜ਼ਰਾਈਲ ਵਾਲਿਆਂ ਨੇ ਜਿਹੜੀ ਨਕਲੀ ਥ੍ਰੈਟ ਆ ਉਹ ਫੀਡ ਕੀਤੀ ਹੋ ਸਕਦੀ ਆ, ਵੀ ਕਿਤੇ ਉਹਨਾਂ ਦੀ ਜਾਨ ਨੂੰ ਖਤਰਾ ਆ। ਇੱਕ ਅਧਿਕਾਰੀ ਨੇ ਤਾਂ ਇੱਥੇ ਤੱਕ ਇਸ ਰਿਪੋਰਟ ਦੇ ਬਾਰੇ, ਖਤਰੇ ਦੀਆਂ ਰਿਪੋਰਟਸ ਦੇ ਬਾਰੇ ਕਿਹਾ ਆ, ਇਜ਼ਰਾਈਲੀ ਡਰਾਈਵਡ ਨਾਟ US ਜਨਰੇਟਡ ਵਿਊਡ ਐਜ਼ ਲੋ ਕੌਨਫੀਡੈਂਸ, ਵੀ ਜਿਸ ਤਰੀਕੇ ਦੇ ਨਾਲ ਇਹ ਖਤਰੇ ਦੀ ਗੱਲ ਕਰ ਰਹੇ ਸੀਗੇ। ਸੋ ਕਹਿੰਦੇ ਵੀ ਪਰ ਫਿਰ ਵੀ ਸੀਕ੍ਰੇਟ ਸਰਵਿਸ ਨੇ ਇਹ ਖਤਰਾ ਜਿਹੜਾ ਉਹ ਮੁੱਲ ਲੈਣਾ ਜਿਹੜਾ ਠੀਕ ਨਹੀਂ ਸਮਝਿਆ। ਉਹ ਤਾਂ ਜਦੋਂ ਵੀ ਕਿਤੇ ਵੀ ਰਾਸ਼ਟਰਪਤੀ ਟਰੈਵਲ ਕਰਦੇ ਹੋਣਗੇ, ਇਦਾਂ ਦੀਆਂ ਬਹੁਤ ਸਾਰੀਆਂ ਜਿਹੜੇ ਥ੍ਰੈਟ ਦੇ ਲੈਵਲ ਆ ਉਹ ਇਰਦ ਗਿਰਦ ਚੱਲਦੇ ਹੀ ਰਹਿੰਦੇ ਹੋਣਗੇ। ਅਮਰੀਕਾ ਦੇ ਰਾਸ਼ਟਰਪਤੀ ਦੇ ਬਹੁਤ ਵੈਰੀ ਹੈਗੇ ਆ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਹੁਣ ਇਹ ਨਵੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ। ਨਿਊਯਾਰਕ ਟਾਈਮਸ ਦਾ ਇੱਕ ਜਿਹੜਾ ਰਿਪੋਰਟਰ ਉਸ ਟਾਈਮ ਮੌਜੂਦ ਸੀਗਾ, ਉਸਨੇ ਉਹ ਤਸਵੀਰ ਵੀ ਖਿੱਚੀ ਆ ਜਿਸ ਦੇ ਵਿੱਚ ਇੱਕ ਕੇਟਰਿੰਗ ਜਿਹੜਾ ਟਰੱਕ ਆ 에ਅਰਫੋਰਸ 1 ਦੇ ਨਜ਼ਦੀਕ ਪਾਰਕ ਹੋਇਆ ਨਜ਼ਰ ਆਉਂਦਾ ਆ, ਤੇ ਇਹ ਮੰਨਿਆ ਜਾ ਰਿਹਾ ਵੀ ਸੰਭਾਵੀ ਰੂਪ ਦੇ ਵਿੱਚ ਸ਼ਾਇਦ ਇਸੇ ਹੀ ਟਰੱਕ ਦੇ ਵਿੱਚ ਬੈਠ ਕੇ ਰਾਸ਼ਟਰਪਤੀ ਟਰੰਪ ਉਸ ਟਾਈਮ 에ਅਰਫੋਰਸ 1 ਤੋਂ ਨਿਕਲ ਕੇ ਇਹਦੇ ਵਿੱਚ ਬਹਿ ਕੇ ਦੂਜੇ ਮਿਲਟਰੀ ਜੈਟ ਥਾਣੀ ਜਿਹੜੇ ਉਹ ਛੱਡ ਕੇ ਨਿਕਲੇ ਹੋਣਗੇ। ਸੋ ਕਾਫੀ ਜ਼ਿਆਦਾ ਜਿਹੜੀ ਹਰਜੋਤ ਸਿੰਘ ਜੀ ਇਸ ਬਾਬਤ ਹੁਣ ਰਿਪੋਰਟਿੰਗ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ, ਪਰ ਇਹ ਜ਼ਰੂਰ ਇੱਕ ਐਂਗਲ 100% ਚੈੱਕ ਕਰਨ ਵਾਲਾ ਆ ਵੀ ਕਿਤੇ ਲੜਾਈ ਜਾਰੀ ਰੱਖਣ ਜਾਂ ਰੌਣ ਕਰਕੇ ਹੀ ਖਾਤਰ ਤਾਂ ਨਹੀਂ ਇਜ਼ਰਾਈਲੀਆਂ ਨੇ ਧੱਕੇ ਦੇ ਨਾਲ ਇਹ ਥ੍ਰੈਟ ਦੀ ਜਿਹੜੀ ਆ ਉਹ ਚੇਤਾਵਨੀ ਅਮਰੀਕਾ ਦੇ CIA ਨੂੰ ਦੇ ਦਿੱਤੀ। ਕਈ ਅਖਬਾਰਾਂ ਤੇ ਇਹ ਵੀ ਰਿਪੋਰਟ ਕਰ ਰਹੀਆਂ ਵੀ ਕਹਿੰਦੇ ਇਹਨਾਂ ਨੂੰ ਸ਼ੱਕ ਸੀ ਅਮਰੀਕਾ ਵਾਲਿਆਂ ਨੂੰ ਵੀ ਇਰਾਨ ਵਾਲੇ ਤਾਂ ਨਹੀਂ ਕਰ ਸਕਦੇ, ਕਿਤੇ ਮਸਾਦ ਵਾਲੇ ਨਾ ਕਰ ਦੇਣ, ਮੁੜ ਕੇ ਜਿਹੜੀ ਆ ਬਲੇਮ ਇਰਾਨ ਦੇ ਉੱਤੇ ਕੀਤਾ ਜਾਵੇ। ਤੇ ਅਗਲੀ ਖਬਰ ਵੱਲ ਚੱਲੀਏ ਜੋ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਕੁਛ ਸੜਕਾਂ ਜਿਹੜੀਆਂ ਆ ਉਹ ਬੰਦ ਹੋ ਗਈਆਂ ਸੀ ਜਦੋਂ ਲੀਥੀਅਮ ਬੈਟਰੀਜ਼ ਵਾਲਾ ਇੱਕ ਟਰੱਕ ਉਸ ਨੂੰ ਵਿਗਰਿਗ ਸੀਗਾ, ਉਹਨੂੰ ਅੱਗ ਲੱਗ ਗਈ। ਸਾਊਥ ਸੈਕਰਾਮੈਂਟੋ 'ਚ ਵਾਪਰਿਆ ਸੀਗਾ 8 ਵਜੇ ਦੇ ਕਰੀਬ ਕੱਲ 3510 ਬਲਾਕ ਆਫ ਕਿਸਿਜ ਐਵਨਿਊ ਤੇ ਲੈਮਨ ਹਿੱਲ ਨੇਬਰਹੁੱਡ ਹੈਗੀ ਆ। ਸੈਕਰਾਮੈਂਟੋ ਦੀ ਫਾਇਰ ਡਿਪਾਰਟਮੈਂਟ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਹੈਜ਼ਰਡਸ ਰਿਸਪੌਂਸ ਟੀਮ ਆ ਉਹ ਉੱਥੇ ਪਹੁੰਚ ਗਏ ਤੇ ਉਹ ਫਿਰ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋਏ। ਜਿਹੜੀ ਫਾਇਰ ਆ ਉਹ ਨੌਕਡਾਊਨ ਕਰ ਦਿੱਤੀ ਗਈ। ਸੋ ਬਹੁਤ ਸਾਰੀਆਂ ਸੜਕਾਂ ਜਿਹੜੀਆਂ 47 ਐਵਨਿਊ ਤੋਂ ਲੈ ਕੇ ਮਾਰਟਨ ਲੂਥਰ ਕਿੰਗ ਜੂਨੀਅਰ ਬੁਲੇਵਰਡ ਤੇ 27 ਸਟਰੀਟ ਤੱਕ ਬੰਦ ਕਰਨੀਆਂ ਪਈਆਂ ਕਿਉਂਕਿ ਲੀਥੀਅਮ ਦੀ ਬੈਟਰੀਜ਼ ਵਾਲਾ ਟਰੱਕ ਸੀਗਾ ਜਿਹੜੀਆਂ ਉਹਦੇ ਵਿੱਚ ਉਹ ਡਿਲੀਵਰ ਕਰਨ ਜਾ ਰਿਹਾ ਸੀ। ਕਿਸੇ ਤਰ੍ਹਾਂ ਦੀ ਕਿਸੇ ਦੇ ਸੱਟ ਚੋਟ ਨਹੀਂ ਲੱਗੀ। ਅੱਗ ਕਿਵੇਂ ਲੱਗੀ ਇਹ ਹਜੇ ਪਤਾ ਨਹੀਂ ਚੱਲ ਸਕਿਆ। ਜੀ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਤੇ ਜਾਂਦੇ ਜਾਂਦੇ ਮਾਰਕੀਟਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਡਾਓ ਜੋਨ ਅੱਜ 22 ਪੁਆਇੰਟ ਘਟ ਕੇ 53,770 ਤੇ ਬੰਦ ਹੋਇਆ। S&P 20 ਪੁਆਇੰਟ ਵੱਧ ਕੇ 7749 ਦੇ ਉੱਤੇ। ਨੈਸਡੈਕ 143 ਪੁਆਇੰਟ ਵੱਧ ਕੇ 26,599 ਦੇ ਉੱਤੇ। ਸੋਨੇ ਦਾ ਭਾਅ $4490 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ। 10 ਈਅਰ ਯੀਲਡ 4.68% ਹੈ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 63,507 ਤੇ ਇਥੀਰੀਅਮ
$1877 ਦੇ ਬਰਾਬਰ ਚੱਲ ਰਿਹਾ ਹੈ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ। ਪਾਕਿਸਤਾਨ ਦੇ 277 ਰੁਪਏ ਤੇ 63 ਪੈਸੇ ਤੇ ਇੰਡੀਆ ਦੇ 95 ਰੁਪਏ ਤੇ 39 ਪੈਸੇ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।